ਪਿਆਰੇ ਬੱਚਿਓ, ਮੈਂ ਸ਼ਹਿਨਾਜ਼ ਸਿੱਧੂ ਸਰਕਾਰੀ ਹਾਈ ਸਕੂਲ ਗਿੱਦੜ ਜ਼ਿਲ੍ਹਾ ਬਠਿੰਡਾ ਤੋਂ ਅੱਜ ਆਪਾਂ ਆਪਣੀ 10ਵੀਂ ਦੀ ਪਾਠ ਪੁਸਤਕ ਸਾਹਿਤਮਾਲਾ ਵਿੱਚ ਦਰਜ ਸੂਫੀ ਕਵੀ ਸ਼ੇਖ ਫਰੀਦ ਜੀ ਦੀ ਕਵਿਤਾ ਤੇ ਚਰਚਾ ਕਰਾਂਗੇ। ਸ਼ੇਖ ਫਰੀਦ शकरगंज ਬੜੇ ਪ੍ਰਸਿੱਧ ਤੇ ਲੋਕਪ੍ਰਿਯ ਸੂਫੀ ਫਕੀਰ ਹੋਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆਪ ਦੇ ਸ਼ਲੋਕਾਂ ਅਤੇ ਸ਼ਬਦਾਂ ਦਾ ਅਧਿਐਨ ਕਰਦਿਆਂ ਪਤਾ ਲੱਗਦਾ ਹੈ ਕਿ ਆਪ ਉਹਨਾਂ ਸੂਫੀ ਫਕੀਰਾਂ ਵਿੱਚੋਂ ਸਨ ਜਿਹੜੇ ਸੂਫੀ ਸਿਧਾਂਤਾਂ ਨੂੰ ਮੰਨਦੇ ਸਨ ਤੇ ਸ਼ਰਅ ਦੇ ਵੀ ਪਾਬੰਦ ਸਨ। ਉਹ ਭਾਵੇਂ ਕੱਟੜ ਸ਼ਰਈ ਨਹੀਂ ਸੀ, ਪਰ ਉਹ ਮੁਸਲਮਾਨੀ ਸ਼ਰਅ ਦੇ ਧਾਰਨੀ ਜ਼ਰੂਰ ਸੀ। ਬਾਬਾ ਫਰੀਦ ਪੁਰਾਤਨ ਪੰਜਾਬੀ ਕਾਵਿ ਦੇ ਸਤਿਕਾਰੇ ਜਾਣ ਵਾਲੇ ਕਵੀਆਂ ਵਿੱਚੋਂ ਹਨ। ਉਹਨਾਂ ਦੀ ਕਵਿਤਾ ਪੁਰਾਣੇ ਸ਼ਹਿਦ ਵਾਂਗ ਮਿੱਠੀ ਹੈ। ਉਹਨਾਂ ਦੀ ਰਚਨਾ ਭਾਵੇਂ ਬਹੁਤ ਪੁਰਾਣੀ ਹੈ, ਪਰ ਲੋਕ ਇਸ ਨੂੰ ਹਾਲੇ ਵੀ ਬੜੇ ਪਿਆਰ ਤੇ ਉਤਸ਼ਾਹ ਨਾਲ ਪੜ੍ਹਦੇ ਤੇ ਸੁਣਦੇ ਹਨ। ਲੋਕਾਂ ਦੇ ਦਿਲਾਂ ਵਿੱਚ ਫਰੀਦ ਦੀ ਬਾਣੀ ਸੰਬੰਧੀ ਚੋਖਾ ਪਿਆਰ ਹੈ, ਕਿਉਂਕਿ ਉਹਨਾਂ ਦੀ ਬਾਣੀ ਉਸ ਸਮੇਂ ਦੀ ਪ੍ਰਤੀਨਿਧਤਾ ਕਰਦੀ ਹੈ। ਉਹਨਾਂ ਦੀ ਰਚਨਾ ਬਹੁਤ ਸਰਲ ਤੇ ਸਾਦੀ ਹੈ। ਉਹਨਾਂ ਦੇ ਸ਼ਲੋਕ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਦੀ ਜ਼ੁਬਾਨ ਤੇ ਮੁਹਾਵਰਿਆਂ ਵਾਂਗ ਚੜ੍ਹੇ ਹੋਏ ਹਨ। ਉਹਨਾਂ ਦੀ ਕਵਿਤਾ ਦਾ ਇਹ ਕਮਾਲ ਹੈ ਕਿ ਉਹਨਾਂ ਸਧਾਰਨ ਜਿਹੀ ਭਾਸ਼ਾ ਨੂੰ ਸੁੰਦਰਤਾ ਪ੍ਰਦਾਨ ਕੀਤੀ। ਉਹਨਾਂ ਦੀ ਸ਼ੈਲੀ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਈਰਖਾ, ਦਵੈਕ, ਹਉਮੈ, ਚੁਗਲੀ, ਗੁੱਸੇ ਅਤੇ ਸਵਾਰਥ ਆਦਿ ਨੂੰ ਟੋਏ ਟਿੱਬੇ ਕਹਿ ਕੇ ਇੱਕ ਪਾਸੇ ਭਾਸ਼ਾ ਦੀ ਸਮਰੱਥਾ ਨੂੰ ਵਧਾਉਂਦੇ ਹਨ ਤੇ ਦੂਜੇ ਪਾਸੇ ਸੁੰਦਰ ਤੇ ਅਨੁਪਮ ਵੀ ਬਣਾਉਂਦੇ ਹਨ। ਫਰੀਦ ਨੇ ਆਪਣੇ ਨਿੱਜੀ ਜੀਵਨ ਵਿੱਚ ਕਈ ਉਤਾਰ ਚੜ੍ਹਾਅ ਦੇਖੇ ਪ੍ਰਤੀਤ ਹੁੰਦੇ ਹਨ। ਜੀਵਨ ਦੇ ਦੁੱਖਾਂ ਸੁੱਖਾਂ ਨੂੰ ਚੰਗੀ ਤਰ੍ਹਾਂ ਵੇਖਿਆ। ਫਰੀਦ ਕੇਵਲ ਪੜ੍ਹਿਆ ਲਿਖਿਆ ਹੀ ਨਹੀਂ, ਸਗੋਂ ਉਹ ਗੁੜਿਆ ਹੋਇਆ ਵਿਅਕਤੀ ਸੀ। ਉਸਨੇ ਜੀਵਨ ਅਨੁਭਵ ਨੂੰ ਸੱਚੇ ਸਾਹਿਤਕਾਰ ਵਾਂਗ ਪਾਠਕਾਂ ਦੇ ਅੱਗੇ ਰੱਖ ਦਿੱਤਾ। ਉਹਨਾਂ ਦੇ ਕਈ ਸ਼ਲੋਕਾਂ ਦੇ ਵਿੱਚ ਸੰਕੇਤਕ ਢੰਗ ਵੀ ਵਰਤਿਆ ਹੋਇਆ ਹੈ। ਸ਼ਲੋਕ ਜਿੱਥੇ ਬੜਾ ਹੀ ਸਿੱਧਾ ਸਾਦਾ ਕਾਵਿ ਰੂਪ ਹੈ, ਉੱਥੇ ਇਹ ਜਨ ਸਧਾਰਨ ਦੀ ਸਮਝ ਦੇ ਅਨੁਕੂਲ ਵੀ ਹੈ। 2 ਸਤਰਾਂ ਦਾ ਇਹ ਕਾਵਿ ਰੂਪ ਪੰਜਾਬੀ ਦਾ ਹਰਮਨ ਪਿਆਰਾ ਕਾਵਿ ਰੂਪ ਹੈ, ਕਿਉਂਕਿ ਇਸ ਵਿੱਚ ਤੋਲ ਤਕਾਂਤ ਦੀ ਕਰੜੀ ਪਾਬੰਦੀ ਨਹੀਂ ਹੁੰਦੀ। ਇਸ ਵਿੱਚ ਸੰਕੋਚ ਵੀ ਹੈ ਤੇ ਮਿਠਾਸ ਵੀ। ਬਾਬਾ ਜੀ ਕੋਰਾ ਉਪਦੇਸ਼ ਨਹੀਂ ਦਿੰਦੇ ਤੇ ਨਾ ਹੀ ਆਪਣੀ ਵਿਦਵਤਾ ਨਾਲ ਰਚਨਾ ਨੂੰ ਬੋਝਲ ਬਣਾਉਂਦੇ ਹਨ। ਸ਼ੇਖ ਫਰੀਦ ਪੰਜਾਬੀ ਸਾਹਿਤ ਦਾ ਮੋਢੀ ਕਵੀ ਹੈ। ਉਸ ਦਾ ਸੂਫੀ ਲਹਿਰ ਦੇ ਇਤਿਹਾਸ ਵਿੱਚ ਸ਼ਿਰੋਮਣੀ ਨਾਮ ਹੈ। ਆਪ ਦਾ ਜਨਮ ਪਿੰਡ ਖੋਤਵਾਲ, ਜ਼ਿਲ੍ਹਾ ਮੁਲਤਾਨ ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਂ ਸ਼ੇਖ ਜਮਾਲੂਦੀਨ ਸੁਲੇਮਾਨ ਅਤੇ ਮਾਤਾ ਦਾ ਨਾਂ ਮਰੀਅਮ ਸੀ। ਸੂਫੀਆਂ ਦੇ ਚਿਸ਼ਤੀ ਫਿਰਕੇ ਵਿੱਚ ਆਪ ਦਾ ਸਥਾਨ ਬਹੁਤ ਉੱਚਾ ਹੈ। ਖਵਾਜਾ ਕੁਤੁਬਦੀਨ ਬਖਤਿਆਰ ਕਾਕੀ ਨੂੰ ਆਪ ਨੇ ਆਪਣਾ ਮੁਰਸ਼ਦ ਭਾਵ ਗੁਰੂ ਧਾਰਨ ਕੀਤਾ ਤੇ ਬਹੁਤ ਹੀ ਕਠਿਨ ਤਪੱਸਿਆ ਕੀਤੀ। ਬਾਬਾ ਫਰੀਦ ਦਾ ਰਹਿਣ ਸਹਿਣ ਬਹੁਤ ਹੀ ਸਬਰ ਸੰਤੋਖ ਤੇ ਗਰੀਬੀ ਵਾਲਾ ਸੀ। ਆਪ ਦਾ ਸੁਭਾਅ ਬਹੁਤ ਹੀ ਮਿੱਠਾ ਸੀ, ਇਸ ਲਈ ਆਪ ਨੂੰ ਗੰਜੇ ਸ਼ਕਰ ਭਾਵ ਮਿਠਾਸ ਦਾ ਖਜ਼ਾਨਾ ਕਿਹਾ ਜਾਂਦਾ ਹੈ। ਆਪ ਦੀ ਰਚਨਾ ਉੱਚ ਪਾਏ ਦੀ ਹੈ ਅਤੇ ਮਰਿਆਦਾ ਵਿੱਚ ਬੱਝੀ ਹੋਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੇ 112 ਸ਼ਲੋਕ ਤੇ 4 ਸ਼ਬਦ ਦਰਜ ਹਨ। ਆਪ ਦੀ ਕਵਿਤਾ ਵਿੱਚ
ਮਨੁੱਖ ਨੂੰ ਸਦਾਚਾਰੀ ਜੀਵਨ ਜਿਉਣ ਦਾ ਸੁਨੇਹਾ ਦਿੱਤਾ ਗਿਆ ਹੈ। ਆਪ ਦੀ ਰਚਨਾ ਮਨੁੱਖੀ ਪਿਆਰ ਅਤੇ ਹਮਦਰਦੀ ਨਾਲ ਓਤ-ਪੋਤ ਹੈ। ਆਪ ਦੇ ਹਰ ਸ਼ਲੋਕ ਵਿੱਚ ਮਨੁੱਖ ਨੂੰ ਜ਼ਿੰਦਗੀ ਜਿਉਣ ਦਾ ਵੱਖਰਾ ਹੀ ਸੰਦੇਸ਼ ਦਿੱਤਾ ਮਿਲਦਾ ਹੈ। ਤੁਹਾਡੀ ਪਾਠ ਪੁਸਤਕ ਵਿੱਚ ਜਿੰਨੇ ਵੀ ਸ਼ਲੋਕ ਦਰਜ ਹਨ, ਅਸੀਂ ਉਹਨਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਦਾ ਯਤਨ ਕਰਾਂਗੇ। ਪ੍ਰਸੰਗ ਸਹਿਤ ਵਿਆਖਿਆ ਤੋਂ ਕੀ ਭਾਵ ਹੈ, ਇਸ ਤੋਂ ਤੁਸੀਂ ਭਲੀ ਭਾਂਤ ਜਾਣੂ ਹੋ, ਕਿਉਂਕਿ 9ਵੀਂ ਜਮਾਤ ਵਿੱਚ ਹੀ ਅਸੀਂ ਕਵਿਤਾਵਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰਨੀ ਸ਼ੁਰੂ ਕਰ ਦਿੰਦੇ ਹਾਂ। ਤੁਸੀਂ ਜਾਣਦੇ ਹੋ ਕਿ ਪ੍ਰਸੰਗ ਦੇ ਵਿੱਚ ਅਸੀਂ ਪੁਸਤਕ ਦਾ ਤੇ ਕਵੀ ਦਾ ਨਾਂ ਲਿਖਣਾ ਹੁੰਦਾ। ਜਦੋਂ ਅਸੀਂ ਇਹਨਾਂ ਸ਼ਲੋਕਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰਾਂਗੇ ਤਾਂ ਅਸੀਂ ਪ੍ਰਸੰਗ ਦੇ ਵਿੱਚ ਲਿਖਾਂਗੇ ਕਿ ਇਹ ਸ਼ਲੋਕ ਸਾਡੀ ਪੰਜਾਬੀ ਦੀ ਪਾਠ ਪੁਸਤਕ ਸਾਹਿਤ ਮਾਲਾ ਵਿੱਚੋਂ ਲਏ ਗਏ ਹਨ। ਇਹ ਸ਼ੇਖ ਫਰੀਦ ਜੀ ਦੀ ਰਚਨਾ ਹੈ। ਇਸ ਤੋਂ ਇਲਾਵਾ ਹਰ ਸ਼ਲੋਕ ਦੇ ਵਿੱਚ ਜੋ ਸਿੱਖਿਆ ਜਾਂ ਜੋ ਸੰਦੇਸ਼ ਸਾਨੂੰ ਦਿੱਤਾ ਗਿਆ ਹੈ, ਉਸ ਸੰਦੇਸ਼ ਬਾਰੇ ਅਸੀਂ ਦੱਸਾਂਗੇ ਕਿ ਇਸ ਸ਼ਲੋਕ ਦੇ ਵਿੱਚ ਸ਼ੇਖ ਫਰੀਦ ਜੀ ਨੇ ਮਨੁੱਖ ਨੂੰ ਇਹ ਸੰਦੇਸ਼ ਜਾਂ ਇਹ ਸਿੱਖਿਆ ਦੇਣ ਦਾ ਯਤਨ ਕੀਤਾ ਹੈ। ਉਸ ਤੋਂ ਬਾਅਦ ਅਸੀਂ ਸਿਰਲੇਖ ਵਿਆਖਿਆ ਦੇ ਕੇ ਇਹ ਪ੍ਰਸ਼ਨ ਪ੍ਰਸੰਗ ਸਹਿਤ ਵਿਆਖਿਆ ਹੱਲ ਕਰਨ ਦਾ ਯਤਨ ਕਰਾਂਗੇ। ਪ੍ਰਸੰਗ, ਕਿਉਂਕਿ ਹਰ ਸ਼ਲੋਕ ਦੇ ਵਿੱਚ ਕਿਤਾਬ ਦਾ ਨਾਂ, ਕਵੀ ਦਾ ਨਾਂ ਇੱਕੋ ਹੀ ਹੋਵੇਗਾ ਤੇ ਜੋ ਸਿੱਖਿਆ ਦਿੱਤੀ ਹੋਊਗੀ ਉਹ ਤੁਸੀਂ ਲਿਖਣੀ ਹੋਊਗੀ। ਹੁਣ ਉਹ ਸਿੱਖਿਆ ਕੀ ਦਿੱਤੀ ਹੈ, ਮੈਂ ਉਹਦੇ ਬਾਰੇ ਵਿਸਥਾਰ ਦੇ ਵਿੱਚ ਗੱਲ ਕਰੂੰਗੀ। ਉਹ ਹੀ ਇਸ ਸ਼ਲੋਕ ਦੀ ਵਿਆਖਿਆ ਹੋਵੇਗੀ। ਜਿਵੇਂ ਸਭ ਤੋਂ ਪਹਿਲਾ ਸ਼ਲੋਕ ਹੈ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ, ਆਪ ਨੜੇ ਗਰੀਵਾਨ ਮੈਂ, ਸਿਰ ਨੀਵਾਂ ਕਰ ਦੇਖ। ਇਸ ਸ਼ਲੋਕ ਵਿੱਚ ਫਰੀਦ ਜੀ ਮਨੁੱਖ ਨੂੰ ਕਹਿੰਦੇ ਹਨ ਕਿ ਜੇ ਤੂੰ ਅਕਲ ਲਤੀਫ ਹੈ, ਭਾਵ ਅਕਲ ਵਾਲਾ ਹੈ, ਤਾਂ ਦੂਸਰਿਆਂ ਦੇ ਕਾਲੇ ਲੇਖ ਨਾ ਦੇਖ, ਭਾਵ ਦੂਸਰਿਆਂ ਦੇ ਗੁਣਾ ਔਗੁਣਾ ਨੂੰ ਨਾ ਪਰਖ, ਕਿਉਂਕਿ ਉਸ ਤੋਂ ਪਹਿਲਾਂ ਤੂੰ ਆਪ ਨੜੇ ਗਰੀਵਾਨ, ਆਪ ਨੜੇ ਭਾਵ ਆਪਣੇ, ਗਰੀਵਾਨ ਭਾਵ ਬੁੱਕਲ, ਆਪਣੀ ਬੁੱਕਲ ਦੇ ਵਿੱਚ ਸਿਰ ਨੀਵਾਂ ਕਰਕੇ ਵੇਖ, ਭਾਵ ਦੂਸਰਿਆਂ ਦੇ ਚੰਗੇ ਮੰਦੇ ਕੰਮਾਂ ਦੀ ਵਿਆਖਿਆ ਕਰਨ ਤੋਂ ਪਹਿਲਾਂ ਤੂੰ ਆਪਣੇ ਔਗੁਣਾਂ ਦੀ ਪਰਖ ਕਰ, ਆਪਣੇ ਅੰਦਰ ਨਿਗਾਹ ਮਾਰ ਕਿ ਤੇਰੇ ਵਿੱਚ ਕਿੰਨੇ ਔਗੁਣ ਹਨ। ਤਾਂ ਇਸ ਸ਼ਲੋਕ ਵਿੱਚ ਸ਼ੇਖ ਫਰੀਦ ਜੀ ਦੂਜਿਆਂ ਦੀਆਂ ਬੁਰਾਈਆਂ ਨਾ ਕਰਨ ਦੀ ਪ੍ਰੇਰਨਾ ਦਿੰਦੇ ਹਨ। ਉਸ ਤੋਂ ਅਗਲਾ ਸ਼ਲੋਕ ਹੈ, ਫਰੀਦਾ ਜੋ ਤੈ ਮਾਰਨ ਮੁਕੀਆਂ, ਤਿਨਾ ਨਾ ਮਾਰੇ ਘੁੰਮ, ਆਪ ਨੜੇ ਕਰ ਜਾਈਏ, ਪੈਰ ਤਿਨਾ ਦੇ ਚੁੰਮ। ਇਸ ਸ਼ਲੋਕ ਵਿੱਚ ਫਰੀਦ ਜੀ ਮਨੁੱਖ ਨੂੰ ਇਹ ਸੰਦੇਸ਼ ਦਿੰਦੇ ਹਨ ਕਿ ਜੋ ਤੇਰੇ ਮੁਖੀਆਂ ਮਾਰਨ, ਭਾਵ ਤੇਰੇ ਨਾਲ ਚੰਗਾ ਵਿਵਹਾਰ ਨਾ ਕਰਨ, ਤੂੰ ਉਹਨਾਂ ਦੇ ਘੁੰਮ ਕੇ ਨਹੀਂ ਮਾਰਨਾ। ਘੁੰਮ ਕੇ ਮਾਰਨ ਤੋਂ ਭਾਵ ਹੈ ਕਿ ਕੋਈ ਮਨ ਦੇ ਵਿੱਚ ਬਦਲੇ ਦੀ ਭਾਵਨਾ ਨਹੀਂ ਰੱਖਣੀ। ਜੇ ਤੇਰੇ ਨਾਲ ਕੋਈ ਮਾੜਾ ਵਿਵਹਾਰ ਕਰਦਾ ਹੈ ਤਾਂ ਤੂੰ ਉਸ ਦੇ ਨਾਲ ਮਾੜਾ ਵਿਵਹਾਰ ਨਹੀਂ ਕਰਨਾ, ਸਗੋਂ ਉਹਨਾਂ ਦੇ ਪੈਰ ਚੁੰਮਣੇ ਹਨ, ਭਾਵ ਉਹਨਾਂ ਦੇ ਨਾਲ ਚੰਗਾ ਸਤਿਕਾਰ ਵਾਲਾ ਵਿਵਹਾਰ ਕਰਨਾ ਹੈ, ਫਿਰ ਤੂੰ ਆਪਣੇ ਘਰ ਜਾਣਾ ਹੈ। ਤਾਂ ਇਸ ਸ਼ਲੋਕ ਵਿੱਚ ਫਰੀਦ ਜੀ ਮਨੁੱਖ ਨੂੰ ਇਹ ਸੰਦੇਸ਼ ਦਿੰਦੇ ਹਨ ਕਿ ਜੇ ਤੇਰੇ ਨਾਲ ਕੋਈ ਮਾੜਾ ਵਿਵਹਾਰ ਕਰਦਾ ਹੈ ਤਾਂ ਬਦਲਾ ਲੈਣ ਲਈ ਤੂੰ ਮਾੜਾ ਵਿਵਹਾਰ ਨਹੀਂ ਕਰਨਾ, ਸਗੋਂ ਉਸ ਵਿਅਕਤੀ ਦਾ ਸਤਿਕਾਰ ਕਰਨਾ ਹੈ, ਬਦਲੇ ਦੀ ਭਾਵਨਾ ਮਨ ਦੇ ਵਿੱਚੋਂ ਕੱਢਣੀ ਹੈ। ਉਸ ਤੋਂ ਬਾਅਦ ਹੀ ਆਪਣਾ ਸਾਫ਼ ਮਨ ਲੈ ਕੇ ਆਪਣੇ ਘਰ ਜਾਣਾ ਹੈ। ਅਗਲਾ ਸ਼ਲੋਕ ਹੈ, ਫਰੀਦਾ ਜੰਗਲ ਜੰਗਲ ਕਿਆ ਭਵੇਂ, ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਆਂ, ਜੰਗਲ ਕਿਆ ਢੂੰਡੇ। ਇਸ ਸ਼ਲੋਕ ਦੇ ਵਿੱਚ ਫਰੀਦ ਜੀ
ਮਨੁੱਖ ਨੂੰ ਸੰਦੇਸ਼ ਦਿੰਦੇ ਹਨ ਕਿ ਤੂੰ ਜੰਗਲ ਜੰਗਲ ਕੀ ਭੌਂਦਾ ਫਿਰਦਾ ਹੈ, ਭਾਵ ਕੀ ਗਾਉਂਦਾ ਫਿਰਦਾ ਹੈ, ਕੀ ਲੱਭਦਾ ਫਿਰਦਾ ਹੈ। ਜੰਗਲਾਂ ਦੇ ਵਿੱਚ ਕੰਡੇ ਮੋੜ ਰਿਹਾ ਹੈ, ਭਾਵ ਮਿੱਧਦਾ ਫਿਰਦਾ ਹੈ। ਅਜਿਹਾ ਤੂੰ ਮਨੁੱਖ ਨੂੰ ਲੱਭਣ ਲਈ ਕਰ ਰਿਹਾ ਹੈ, ਪਰ ਮਨੁੱਖ ਦੇ ਮਨ ਦੇ ਵਿੱਚ ਖਿਆਲੀ ਹੈ, ਭਾਵ ਹਿਰਦੇ ਦੇ ਵਿੱਚ ਰੱਬ ਵਸਦਾ ਹੈ। ਫਿਰ ਤੂੰ ਜੰਗਲਾਂ ਦੇ ਵਿੱਚ ਉਸ ਨੂੰ ਕਿਉਂ ਢੂੰਡ ਰਿਹਾ ਹੈ, ਭਾਵ ਕਿਉਂ ਲੱਭ ਰਿਹਾ ਹੈ। ਤਾਂ ਇਸ ਸ਼ਲੋਕ ਵਿੱਚ ਫਰੀਦ ਜੀ ਮਨੁੱਖ ਨੂੰ ਇਹ ਸੰਦੇਸ਼ ਦਿੰਦੇ ਹੈ ਕਿ ਜਿਸ ਪ੍ਰਮਾਤਮਾ ਨੂੰ, ਰੱਬ ਨੂੰ, ਅੱਲਾ ਨੂੰ ਤੂੰ ਜੰਗਲ ਜੰਗਲ ਲੱਭਦਾ ਫਿਰਦਾ ਹੈ, ਜੰਗਲ ਜੰਗਲ ਲੱਭਣ ਦਾ ਕੋਈ ਫਾਇਦਾ ਨਹੀਂ, ਸਗੋਂ ਉਹ ਰੱਬ ਤੇਰੇ ਆਪਣੇ ਹਿਰਦੇ ਦੇ ਵਿੱਚ ਹੀ ਨਿਵਾਸ ਕਰਦਾ ਹੈ। ਉਸ ਤੋਂ ਅਗਲਾ ਸ਼ਲੋਕ ਹੈ, ਫਰੀਦਾ ਸ਼ਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨ ਪੂਜਨ ਤੁਧ। ਇਸ ਸ਼ਲੋਕ ਵਿੱਚ ਫਰੀਦ ਜੀ ਮਨੁੱਖ ਨੂੰ ਇਹ ਕਹਿੰਦੇ ਹਨ ਕਿ ਸ਼ੱਕਰ, ਖੰਡ, ਨਿਵਾਤ, ਨਿਵਾਤ ਭਾਵ ਮਿਸਰੀ, ਗੁੜ, ਮਾਖਿਓ ਭਾਵ ਸ਼ਹਿਦ ਅਤੇ ਮੱਝ ਦਾ ਦੁੱਧ, ਇਹ ਸਾਰੀਆਂ ਵਸਤਾਂ ਬਹੁਤ ਮਿੱਠੀਆਂ ਹਨ, ਪਰ ਰੱਬ ਨ ਪੂਜਨ ਤੁਧ, ਰੱਬ ਦਾ ਨਾਂ ਸਭ ਤੋਂ ਮਿੱਠਾ ਹੈ। ਇਹਨਾਂ ਦਾ ਰੱਬ ਦੇ ਨਾਂ ਨਾਲ ਕੋਈ ਮੁਕਾਬਲਾ ਨਹੀਂ, ਭਾਵ ਰੱਬ ਦਾ ਨਾਂ ਦੁਨੀਆ ਦੀ ਹਰ ਮਿੱਠੀ ਚੀਜ਼ ਤੋਂ ਮਿੱਠਾ ਹੈ। ਤਾਂ ਇਸ ਸ਼ਲੋਕ ਦੇ ਵਿੱਚ ਮਨੁੱਖ ਨੂੰ ਸ਼ੇਖ ਫਰੀਦ ਜੀ ਮਿਠਾਸ ਬਾਰੇ ਦੱਸਦੇ ਹਨ ਕਿ ਦੁਨੀਆ ਦੀ ਸਭ ਤੋਂ ਮਿੱਠੀ ਵਸਤ ਸਿਰਫ ਪ੍ਰਭੂ ਦਾ ਨਾਮ ਹੈ। ਅਗਲਾ ਸ਼ਲੋਕ ਹੈ, ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ, ਘਣੇ ਸਹਿਣਗੇ ਦੁੱਖ। ਇਸ ਸ਼ਲੋਕ ਵਿੱਚ ਫਰੀਦ ਜੀ ਕਹਿੰਦੇ ਹਨ ਕਿ ਮੇਰੀ ਰੋਟੀ ਕਾਠ ਦੀ ਹੈ, ਕਾਠ ਭਾਵ ਲੱਕੜ ਵਰਗੀ, ਲਾਵਣ ਮੇਰੀ ਭੁੱਖ, ਜਦ ਕਿ ਲਾਵਣ ਰੋਟੀ ਦੇ ਨਾਲ ਖਾਣ ਦੇ ਲਈ ਸਬਜ਼ੀ ਜਾਂ ਸਲੂਣਾ, ਉਹ ਮੇਰੀ ਭੁੱਖ ਹੀ ਹੈ। ਮੈਂ ਲੱਕੜ ਵਰਗੀ ਸੁੱਕੀ ਰੋਟੀ ਆਪਣੀ ਭੁੱਖ ਦੇ ਸਲੂਣੇ ਦੇ ਨਾਲ ਹੀ ਖਾ ਲੈਂਦਾ ਹਾਂ, ਕਿਉਂਕਿ ਜਿਨ੍ਹਾਂ ਖਾਧੀ ਚੋਪੜੀ, ਘਣੇ ਸਹਿਣਗੇ ਦੁੱਖ। ਜਿਨ੍ਹਾਂ ਨੇ ਚੋਪੜੀ ਹੋਈ ਰੋਟੀ ਖਾਧੀ, ਭਾਵ ਬਹੁਤ ਜ਼ਿਆਦਾ ਆਰਾਮ ਦੇ ਵਿੱਚ ਜੀਵਨ ਬਤੀਤ ਕੀਤਾ, ਬਹੁਤ ਸੁੱਖ ਮਾਣੇ, ਅਗਾਂਹ ਜਾ ਕੇ ਉਹਨਾਂ ਨੂੰ ਓਨੇ ਹੀ ਦੁੱਖ ਸਹਿਣੇ ਪੈਣਗੇ। ਤਾਂ ਇਸ ਸ਼ਲੋਕ ਦੇ ਵਿੱਚ ਫਰੀਦ ਜੀ ਮਨੁੱਖ ਨੂੰ ਇਹ ਸੰਦੇਸ਼ ਦਿੰਦੇ ਹਨ ਕਿ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਬਹੁਤ ਐਸ਼ੋ ਆਰਾਮ ਦੇ ਵਿੱਚ ਅੱਜ ਬਤੀਤ ਕੀਤੀ, ਅਗਾਂਹ ਪਰਮਾਤਮਾ ਦੇ ਦਰਬਾਰ ਵਿੱਚ ਜਾ ਕੇ ਉਹਨਾਂ ਨੂੰ ਓਨੇ ਹੀ ਜ਼ਿਆਦਾ ਦੁੱਖ ਬਰਦਾਸ਼ਤ ਕਰਨੇ ਪੈਣਗੇ। ਅੱਗੇ ਹੈ, ਰੁੱਖੀ ਸੁੱਖੀ ਖਾਏ ਕੇ, ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ। ਤਾਂ ਇਸ ਸ਼ਲੋਕ ਵਿੱਚ ਫਰੀਦ ਜੀ ਕਹਿੰਦੇ ਹਨ ਕਿ ਫਰੀਦਾ, ਜਿਸ ਤਰ੍ਹਾਂ ਦੀ ਰੁੱਖੀ ਸੁੱਖੀ ਖਾਣ ਨੂੰ ਤੈਨੂੰ ਮਿਲਦੀ ਹੈ, ਉਹ ਖਾ ਕੇ ਠੰਡਾ ਪਾਣੀ ਪੀ ਤੇ ਪਰਮਾਤਮਾ ਦਾ ਸ਼ੁਕਰ ਕਰ। ਦੂਸਰੇ ਦੀ, ਪਰਾਈ ਤੋਂ ਭਾਵ ਹੈ ਦੂਸਰੇ ਦੀ, ਫਰੀਦਾ ਦੇਖ ਪਰਾਈ ਚੋਪੜੀ, ਨਾ ਤਰਸਾਏ ਜੀਓ। ਜੇ ਕੋਈ ਅਨੇਕਾਂ ਤਰ੍ਹਾਂ ਦੇ ਭੋਜਨ ਗ੍ਰਹਿਣ ਕਰਦਾ ਹੈ ਜਾਂ ਚੋਪੜੀਆਂ ਰੋਟੀਆਂ ਖਾ ਰਿਹਾ ਹੈ, ਤਾਂ ਉਸ ਦੇ ਖਾਣੇ ਨੂੰ ਦੇਖ ਕੇ ਆਪਣਾ ਮਨ ਹੈ ਜਿਹੜਾ ਉਸ ਨੂੰ ਨਾ ਤਰਸਾ। ਕਹਿਣ ਦਾ ਭਾਵ ਹੈ ਕਿ ਜਿਸ ਤਰ੍ਹਾਂ ਦੀਆਂ ਤੇਰੇ ਕੋਲ ਸੁਵਿਧਾਵਾਂ ਨੇ, ਉਸ ਤਰ੍ਹਾਂ ਦੀਆਂ ਸੁਵਿਧਾਵਾਂ ਪਰਮਾਤਮਾ ਦੀ ਰਜ਼ਾ ਸਮਝ ਕੇ ਗ੍ਰਹਿਣ ਕਰ। ਦੂਸਰਿਆਂ ਦੀਆਂ ਖੁਸ਼ੀਆਂ ਜਾਂ ਦੂਸਰਿਆਂ ਦੇ ਸੁੱਖ ਨੂੰ ਦੇਖ ਕੇ ਆਪਣੇ ਆਪ ਤੇ ਨਾ ਝੁਰ।
ਅੱਗੇ ਹੈ ਫਰੀਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸੀਆ ਤੂੰ ਆਹੇ ਕਿਹੜੇ ਕੰਮ। ਤਾਂ ਇਸ ਸ਼ਲੋਕ ਦੇ ਵਿੱਚ ਫਰੀਦ ਜੀ ਮਨੁੱਖ ਨੂੰ ਕਹਿੰਦੇ ਹਨ ਕਿ 4 ਪਹਿਰ ਤੂੰ ਹੰਢਾ ਕੇ ਗਵਾ ਲਏ। ਭਾਵ ਹੰਢਾਉਣ ਤੋਂ ਇੱਥੇ ਭਾਵ ਹੈ ਕਿ ਦੌੜ ਭੱਜ ਕਰਕੇ ਗਵਾ ਲਏ, ਤੇ 4 ਪਹਿਰ ਤੂੰ ਸੌਂ ਕੇ ਗਵਾ ਲਏ। ਜਦੋਂ ਰੱਬ ਤੇਰੇ ਤੋਂ ਲੇਖਾ ਮੰਗੂਗਾ ਤਾਂ ਤੂੰ ਕੀ ਜਵਾਬ ਦੇਵੇਂਗਾ, ਕਿਉਂਕਿ ਉਸਨੇ ਤੈਨੂੰ ਇਹ ਮਨੁੱਖੀ ਜਾਮਾ ਕਿਸੇ ਹੋਰ ਕੰਮ ਲਈ ਦਿੱਤਾ ਸੀ। ਭਾਵ ਪਰਮਾਤਮਾ ਨੇ ਮਨੁੱਖ ਨੂੰ ਇਸ ਧਰਤੀ ਤੇ ਅੱਲਾ ਦਾ, ਰੱਬ ਦਾ ਨਾਮ ਜਪਣ ਲਈ ਭੇਜਿਆ ਸੀ, ਪਰ ਉਸਨੇ ਆਪਣੀ ਅੱਧੀ ਜ਼ਿੰਦਗੀ ਦੌੜ ਭੱਜ ਵਿੱਚ ਤੇ ਅੱਧੀ ਜ਼ਿੰਦਗੀ ਸੌਂ ਕੇ ਗਵਾ ਲਈ। ਅਗਲਾ ਸ਼ਲੋਕ ਹੈ ਬੱਚਿਓ, ਫਰੀਦਾ ਜਿੰਨੀ ਕਮੀ ਨਾਹੀ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀਮ ਹੀ ਸਾਈਂ ਦੇ ਦਰਬਾਰ। ਭਾਵ ਫਰੀਦਾ ਜਿਨ੍ਹਾਂ ਕੰਮਾਂ ਦਾ ਕੋਈ ਫਾਇਦਾ ਨਹੀਂ, ਗੁਣ ਤੋਂ ਭਾਵ ਇੱਥੇ ਫਾਇਦਾ ਜਾਂ ਲਾਭ, ਤੇ ਕਮੜੇ ਵਿਸਾਰ, ਵਿਸਾਰ ਦਾ ਮਤਲਬ ਭੁੱਲ ਜਾਣਾ ਜਾਂ ਛੱਡ ਦੇਣਾ। ਅਜਿਹੇ ਕੰਮਾਂ ਨੂੰ ਤੂੰ ਭੁੱਲ ਜਾ, ਛੱਡ ਦੇ। ਮਤ ਸ਼ਰਮਿੰਦਾ ਥੀਮ ਹੀ ਸਾਈਂ ਦੇ ਦਰਬਾਰ, ਨਹੀਂ ਤਾਂ ਸ਼ਰਮਿੰਦਾ ਹੋਣਾ ਪਵੇਗਾ ਉਸ ਪਰਮਾਤਮਾ ਦੇ ਦਰਬਾਰ ਵਿੱਚ। ਤਾਂ ਇਸ ਸ਼ਲੋਕ ਵਿੱਚ ਫਰੀਦ ਜੀ ਮਨੁੱਖ ਨੂੰ ਸੰਦੇਸ਼ ਦਿੰਦੇ ਹਨ ਕਿ ਜਿਨ੍ਹਾਂ ਕੰਮਾਂ ਦਾ ਮਨੁੱਖ ਨੂੰ ਕੋਈ ਲਾਭ ਨਹੀਂ, ਜਿਹੜੇ ਕੰਮ ਮਨੁੱਖ ਨੂੰ ਪਰਮਾਤਮਾ ਦੇ ਨਾਮ ਤੋਂ ਦੂਰ ਲੈ ਕੇ ਜਾਂਦੇ ਹੈ, ਉਹ ਕੰਮ ਉਸ ਨੂੰ ਛੱਡ ਦੇਣੇ ਚਾਹੀਦੇ ਹੈ। ਨਹੀਂ ਤਾਂ ਪਰਮਾਤਮਾ ਦੇ ਦਰਬਾਰ ਦੇ ਵਿੱਚ ਜਦੋਂ ਲੇਖਾ ਹੋਣਾ ਤਾਂ ਉਸ ਨੂੰ ਸ਼ਰਮਿੰਦਾ ਹੋਣਾ ਪਵੇਗਾ। ਅੱਗੇ ਹੈ ਬੇਟਾ, ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਨਾਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼। ਤਾਂ ਇਸ ਸ਼ਲੋਕ ਦੇ ਵਿੱਚ ਫਰੀਦ ਜੀ ਆਪਣੇ ਬਾਰੇ ਵਿਖਿਆਨ ਕਰਦੇ ਹੈ ਕਿ ਮੇਰੇ ਕਾਲੇ ਕੱਪੜੇ ਨੇ, ਕਾਲਾ ਮੈਂ ਵੇਸ ਧਾਰਨ ਕੀਤਾ ਹੈ, ਭਾਵ ਰੂਪ ਧਾਰਨ ਕੀਤਾ ਹੋਇਆ ਹੈ। ਤਾਂ ਮੇਰੇ ਇਸ ਕੱਪੜੇ ਤੇ ਰੂਪ ਨੂੰ ਦੇਖ ਕੇ ਲੋਕ ਮੈਨੂੰ ਫਕੀਰ ਸਮਝਦੇ ਹੈ, ਪਰ ਉਹ ਨਹੀਂ ਜਾਣਦੇ ਕਿ ਮੈਂ ਗੁਨਾਹਾਂ ਦੇ ਨਾਲ ਭਰਿਆ ਹੋਇਆ ਹਾਂ, ਭਾਵ ਮੈਂ ਪਾਪੀ ਹਾਂ। ਤਾਂ ਇਸ ਸ਼ਲੋਕ ਵਿੱਚ ਫਰੀਦ ਜੀ ਜਿਹੜਾ ਦਿਖਾਵਾ ਹੈ ਜਾਂ ਸਾਡਾ ਬਾਹਰੋਂ ਦਿਖਦੇ ਵਸਤਰ ਨੇ, ਬਾਹਰੋਂ ਦਿਖਣ ਵਾਲੀ ਵੇਸ਼ਭੂਸ਼ਾ ਹੈ, ਉਸ ਦੇ ਬਾਰੇ ਦੱਸਦੇ ਹੈ ਕਿ ਉਹਦੇ ਆਧਾਰ ਤੇ ਮਨੁੱਖ ਨੂੰ ਕਿਸੇ ਵੀ ਤਰ੍ਹਾਂ ਨਹੀਂ ਆਂਕਿਆ ਜਾਣਾ ਚਾਹੀਦਾ, ਕਿਉਂਕਿ ਉਹ ਦਿਲ ਤੋਂ ਕਿਸ ਤਰ੍ਹਾਂ ਦਾ ਹੈ ਇਹ ਉਸਦੀ ਵੇਸ਼ਭੂਸ਼ਾ ਨਹੀਂ ਦੱਸਦੀ। ਅੱਗੇ ਹੈ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਨਾ ਹੰਢਾਏ ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ। ਤਾਂ ਇਸ ਸ਼ਲੋਕ ਵਿੱਚ ਫਰੀਦ ਜੀ ਕਹਿੰਦੇ ਹਨ ਕਿ ਬੁਰੇ ਦਾ ਵੀ ਭਲਾ ਕਰ, ਮਨ ਦੇ ਵਿੱਚ ਗੁੱਸਾ ਨਾ ਰੱਖ, ਹੰਢਾਏ ਭਾਵ ਸੰਭਾਲਣਾ, ਦੇਹੀ ਰੋਗ ਨਾ ਲੱਗੇ, ਜੇ ਤੂੰ ਅਜਿਹਾ ਕਰੇਂਗਾ ਤਾਂ ਦੇਹ ਨੂੰ ਭਾਵ ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ। ਪੱਲੇ ਸਭ ਕੁਛ ਪਾਏ, ਤੇ ਆਪਣਾ ਆਪ ਭਾਵ ਸਿਹਤ ਉਸੇ ਤਰ੍ਹਾਂ ਸੰਭਲੀ ਰਹਿੰਦੀ ਹੈ। ਤਾਂ ਇਸ ਸ਼ਲੋਕ ਵਿੱਚ ਫਰੀਦ ਜੀ ਇਹ ਸੰਦੇਸ਼ ਦਿੰਦੇ ਹੈ ਕਿ ਕੋਈ ਤੁਹਾਡੇ ਨਾਲ ਬੁਰਾ ਵਿਵਹਾਰ ਵੀ ਕਰਦਾ ਹੈ, ਫਿਰ ਵੀ ਉਸ ਦੇ ਨਾਲ ਬੁਰਾ ਵਿਵਹਾਰ ਨਾ ਕਰੋ, ਸਗੋਂ ਉਸ ਦਾ ਚੰਗਾ ਹੀ ਕਰੋ, ਤੇ ਆਪਣੇ ਮਨ ਦੇ ਵਿੱਚ ਕਿਸੇ ਕਿਸਮ ਦਾ ਗੁੱਸਾ ਨਾ ਰੱਖੋ। ਇਸ ਦੇ ਨਾਲ ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ ਤੇ ਸਾਡਾ ਮਨ ਉਸੇ ਤਰ੍ਹਾਂ ਹੀ ਸੰਭਾਲਿਆ ਰਹਿੰਦਾ ਹੈ, ਭਾਵ ਸਿਹਤਮੰਦ ਰਹਿੰਦਾ ਹੈ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਇਆ ਜਗ ਉੱਚੇ ਚੜ ਕੇ ਦੇਖੀਏ ਤਾਂ ਘਰ ਘਰ ਇਹ ਅੱਗ।
ਇਸ ਸ਼ਲੋਕ ਦੇ ਵਿੱਚ ਫਰੀਦ ਜੀ ਕਹਿੰਦੇ ਹਨ ਕਿ ਮੈਂ ਜਾਣਿਆ, ਭਾਵ ਮੈਂ ਸਮਝਦਾ ਸੀ ਕਿ ਮੈਨੂੰ ਹੀ ਦੁੱਖ ਹੈ, ਪਰ ਜਦੋਂ ਮੈਂ ਉੱਚੇ ਚੜ੍ਹ ਕੇ ਦੇਖਿਆ, ਭਾਵ ਆਪਦੇ ਦੁੱਖ ਤੋਂ ਨਿਕਲ ਕੇ ਦੂਸਰਿਆਂ ਨੂੰ ਨੇੜੇ ਹੋ ਕੇ ਦੇਖਿਆ, ਤਾਂ ਮੈਂ ਇਹ ਜਾਣਿਆ ਕਿ ਹਰ ਘਰ ਦੇ ਵਿੱਚ ਇਹੋ ਹੀ ਅੱਗ ਹੈ। ਦੁੱਖ ਸਬਾਇਆ ਜਗ, ਸਾਰਾ ਜਗ ਹੀ ਦੁਖੀ ਹੈ। ਤਾਂ ਇਸ ਸ਼ਲੋਕ ਵਿੱਚ ਫਰੀਦ ਜੀ ਮਨੁੱਖ ਨੂੰ ਇਹ ਸੰਦੇਸ਼ ਦਿੰਦੇ ਹੈ ਕਿ ਅਸੀਂ ਇਹ ਸਮਝਦੇ ਹਾਂ ਕਿ ਦੁਨੀਆ ਦੇ ਸਾਰੇ ਦੁੱਖ ਰੱਬ ਨੇ ਸਾਨੂੰ ਹੀ ਦੇ ਦਿੱਤੇ, ਪਰ ਜੇ ਅਸੀਂ ਆਪਣੇ ਦੁੱਖ ਤੋਂ ਥੋੜਾ ਜਿਹਾ ਉੱਚਾ ਉੱਠ ਕੇ ਆਸੇ-ਪਾਸੇ ਨਿਗਾਹ ਮਾਰੀਏ ਤਾਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਸਾਰੀ ਦੁਨੀਆ ਹੀ ਦੁਖੀ ਹੈ। ਹਰ ਕਿਸੇ ਵਿਅਕਤੀ ਕੋਲ ਕਿਸੇ ਨਾ ਕਿਸੇ ਕਿਸਮ ਦਾ ਕੋਈ ਨਾ ਕੋਈ ਦੁੱਖ ਜ਼ਰੂਰ ਹੈ। ਅਗਲਾ ਸ਼ਲੋਕ ਹੈ, ਫਰੀਦਾ ਹੋ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿੰਨਾ ਵਾਸ, ਕਕਰ ਚੁਗਨ ਥਲ ਵਸਨ, ਰੱਬ ਨਾ ਛੋੜਨ ਪਾਸ। ਇਸ ਦੇ ਵਿੱਚ ਫਰੀਦ ਜੀ ਮਨੁੱਖ ਨੂੰ ਕਹਿੰਦੇ ਹਨ, ਹੋ ਬਲਿਹਾਰੀ ਭਾਵ ਮੈਂ ਵਾਰੀ ਜਾਨੀ ਹਾਂ, ਤਿੰਨ ਪੰਖੀਆਂ ਉਹਨਾਂ ਪੰਛੀਆਂ ਦੇ, ਜੰਗਲ ਜਿੰਨਾ ਵਾਸ ਜਿਹੜੇ ਕਿ ਜੰਗਲਾਂ ਦੇ ਵਿੱਚ ਵਸਦੇ ਨੇ, ਕਕਰ ਚੁਗਣ ਕੰਕਰ ਚੁਗਦੇ ਨੇ, ਥਲ ਵਸਨ ਥਲ ਤੇ ਵਾਸਾ ਉਹਨਾਂ ਦਾ, ਰੱਬ ਨਾ ਛੋੜਨ ਪਾਸ ਪਰ ਫਿਰ ਵੀ ਰੱਬ ਦਾ ਆਸਰਾ ਜਾਂ ਰੱਬ ਦੇ ਨਾਂ ਦਾ ਆਸਰਾ ਛੱਡਦੇ ਨਹੀਂ। ਭਾਵ ਇਸ ਸ਼ਲੋਕ ਵਿੱਚ ਫਰੀਦ ਜੀ ਮਨੁੱਖ ਨੂੰ ਕਹਿੰਦੇ ਹਨ ਕਿ ਮੈਂ ਉਹਨਾਂ ਪੰਛੀਆਂ ਤੋਂ ਵਾਰੀ ਜਾਂਦਾ ਹਾਂ, ਬਲਿਹਾਰੀ ਜਾਂਦਾ ਹਾਂ ਜਿਹੜੇ ਜੰਗਲ ਦੇ ਵਿੱਚ ਵਸਦੇ ਹੈ, ਕੰਕਰ ਖਾਂਦੇ ਹੈ, ਥਲ ਦੇ ਵਿੱਚ ਰਹਿੰਦੇ ਹੈ, ਪਰ ਰੱਬ ਦੇ ਨਾਂ ਦਾ ਆਸਰਾ ਨਹੀਂ ਛੱਡਦੇ। ਭਾਵ ਇੰਨੀਆਂ ਸਖਤ ਸਥਿਤੀਆਂ ਦੇ ਵਿੱਚ ਰਹਿੰਦੇ ਹੋਏ ਵੀ ਪਰਮਾਤਮਾ ਦੇ ਨਾਂ ਨਾਲ ਜੁੜੇ ਰਹਿੰਦੇ ਹਨ। ਅੱਗੇ ਹੈ, ਇੱਕ ਫਿੱਕਾ ਨਾ ਗਲਾਏ, ਸਭਨਾ ਮੈਂ ਸੱਚਾ ਧਨੀ, ਹਿਆਉ ਨਾ ਕਹਿੀ ਠਾਹੇ, ਮਾਣਕ ਸਭ ਅਮੋਲ ਮੇ। ਤਾਂ ਇਸ ਸ਼ਲੋਕ ਵਿੱਚ ਫਰੀਦ ਜੀ ਕਹਿੰਦੇ ਹਨ ਕਿ ਇੱਕ ਫਿੱਕਾ ਨਾ ਗਲਾਏ, ਫਿੱਕਾ ਭਾਵ ਮਾੜਾ, ਗਲਾਏ ਭਾਵ ਬੋਲ, ਕੋਈ ਫਿੱਕਾ ਬੋਲ ਕਿਸੇ ਨੂੰ ਨਾ ਬੋਲੋ। ਕਿਉਂ? ਕਿਉਂਕਿ ਸਭਨਾ ਮੈਂ ਸੱਚਾ ਧਨੀ, ਧਨੀ ਭਾਵ ਉਹ ਸਭ ਦਾ ਮਾਲਕ ਹੈ ਜਿਹੜਾ ਉਹ ਸਾਰਿਆਂ ਦੇ ਮਨ ਦੇ ਵਿੱਚ ਵਸਦਾ ਹੈ। ਹਿਆਉ ਨਾ ਕਹਿੀ ਢਾਏ, ਕਿਸੇ ਦਾ ਵੀ ਹਿਆਉ ਭਾਵ ਹਿਰਦਾ ਤੂੰ ਢਾ ਨਾ, ਹਿਰਦੇ ਨੂੰ ਠੇਸ ਨਾ ਲਾ, ਕਿਉਂਕਿ ਮਾਣਕ ਸਭ ਅਮੋਲ ਮੇ, ਸਭ ਦਾ ਮਨ, ਸਭ ਦਾ ਹਿਰਦਾ ਹੈ ਜਿਹੜਾ ਉਹ ਅਨਮੋਲ ਹੈ, ਮੋਤੀਆਂ ਦੇ ਤੁੱਲ ਹੈ। ਤਾਂ ਇਸ ਸ਼ਲੋਕ ਦੇ ਵਿੱਚ ਫਰੀਦ ਜੀ ਮਨੁੱਖ ਨੂੰ ਸੰਦੇਸ਼ ਦਿੰਦੇ ਹੈ ਕਿ ਕਿਸੇ ਨੂੰ ਵੀ ਮਾੜੇ ਬੋਲ ਨਾ ਬੋਲ, ਕਿਉਂਕਿ ਹਰ ਇੱਕ ਦਾ ਮਨ ਹੈ ਜਿਹੜਾ ਉਸ ਦੇ ਵਿੱਚ ਉਹ ਪਰਮਾਤਮਾ ਵਾਸ ਕਰਦਾ ਹੈ। ਕਿਸੇ ਦੇ ਵੀ ਮਨ ਨੂੰ ਤੂੰ ਢਾਹ ਨਾ ਲਾ, ਕਿਉਂਕਿ ਸਾਰੇ ਮਨੁੱਖ ਜਿਹੜੇ ਉਹਨਾਂ ਦਾ ਮਨ ਬਹੁਤ ਬਹੁਮੁੱਲੇ ਮੋਤੀਆਂ ਦੇ ਸਮਾਨ ਹੈ। ਤਾਂ ਇਹਨਾਂ ਸਾਰੇ ਸ਼ਲੋਕਾਂ ਦੇ ਵਿੱਚ ਮਨੁੱਖ ਨੂੰ ਫਰੀਦ ਜੀ ਵੱਖੋ ਵੱਖਰੀ ਤਰ੍ਹਾਂ ਦਾ ਸੰਦੇਸ਼ ਦਿੰਦੇ ਹੈ। ਇਸ ਤਰ੍ਹਾਂ ਬੱਚਿਓ ਆਪਾਂ ਦੇਖਿਆ ਕਿ ਆਪਣੀ ਪਾਠ ਪੁਸਤਕ ਦੇ ਵਿੱਚ ਜਿੰਨੇ ਸ਼ੇਖ ਫਰੀਦ ਜੀ ਦੇ ਸ਼ਲੋਕ ਦਰਜ ਕੀਤੇ ਗਏ ਹੈ ਉਹ ਸਾਨੂੰ ਅਲੱਗ-ਅਲੱਗ ਤਰ੍ਹਾਂ ਦਾ ਸੰਦੇਸ਼ ਦਿੰਦੇ ਹੈ। ਜੇ ਅਸੀਂ ਪਹਿਲੇ ਸ਼ਲੋਕ ਤੋਂ ਹੀ ਦੁਬਾਰਾ ਸ਼ੁਰੂ ਕਰੀਏ ਤਾਂ ਉਹ ਕੀ ਸੰਦੇਸ਼ ਹੈ ਤੁਸੀਂ ਧਿਆਨ ਦਿਓ ਤਾਂ ਉਹ ਹੈ, ਦੂਜਿਆਂ ਦੇ ਔਗਣ ਨੂੰ ਨਹੀਂ ਪਰਖਣਾ ਚਾਹੀਦਾ, ਮਨੁੱਖ ਨੂੰ ਬਦਲਾ ਲੈਣ ਦੀ ਭਾਵਨਾ ਤੋਂ ਗੁਰੇਜ਼ ਕਰਨਾ ਚਾਹੀਦਾ, ਆਪਣੇ ਹੀ ਮਨ ਵਿੱਚੋਂ ਪਰਮਾਤਮਾ ਦੇ
ਦਰਸ਼ਨ ਕਰਨੇ ਚਾਹੀਦੇ ਨੇ। ਉਸ ਰੱਬ ਦੀ ਜਾਂ ਮਾਲਕ ਦੀ ਸਰਵਉੱਚਤਾ ਨੂੰ ਸਮਝਣਾ ਚਾਹੀਦਾ ਹੈ। ਆਪਣੇ ਚੰਗੇ ਮਾੜੇ ਜਿਸ ਤਰ੍ਹਾਂ ਦੇ ਵੀ ਹਾਲਾਤ ਹੋਣ, ਉਹਨਾਂ ਨਾਲ ਸਮਝੌਤਾ ਕਰ ਲੈਣਾ ਚਾਹੀਦਾ ਹੈ। ਦੂਸਰਿਆਂ ਦੇ ਸੁੱਖ ਵੇਖ ਕੇ ਉਦਾਸ ਨਹੀਂ ਹੋਣਾ ਚਾਹੀਦਾ। ਹਮੇਸ਼ਾ ਰੱਬ ਦਾ ਨਾਂ ਲੈਣਾ ਚਾਹੀਦਾ ਹੈ। ਮਾੜੇ ਕੰਮਾਂ ਨੂੰ ਛੱਡ ਦੇਣਾ ਚਾਹੀਦਾ ਹੈ। ਬਾਹਰੀ ਦਿਖਾਵੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਬੁਰਾ ਕਰਨ ਵਾਲੇ ਨਾਲ ਵੀ ਚੰਗਾ ਵਿਵਹਾਰ ਕਰਨਾ ਚਾਹੀਦਾ ਹੈ। ਆਪਣੇ ਦੁੱਖਾਂ ਨੂੰ ਸਭ ਤੋਂ ਵੱਡੇ ਨਹੀਂ ਸਮਝਣਾ ਚਾਹੀਦਾ। ਰੱਬ ਤੇ ਭਰੋਸਾ ਨਹੀਂ ਛੱਡਣਾ ਚਾਹੀਦਾ ਅਤੇ ਕਿਸੇ ਦਾ ਵੀ ਦਿਲ ਨਹੀਂ ਦਿਖਾਉਣਾ ਚਾਹੀਦਾ। ਤਾਂ ਇਹਨਾਂ ਸ਼ਲੋਕਾਂ ਦੇ ਵਿੱਚੋਂ ਸ਼ੇਖ ਫਰੀਦ ਜੀ ਸਾਨੂੰ ਇਹ ਸਦਾਚਾਰਕ ਗੁਣ ਗ੍ਰਹਿਣ ਕਰਨ ਦੀ ਸਿੱਖਿਆ ਦਿੰਦੇ ਹੈ। ਜਿਹੜਾ ਤੁਹਾਡੇ ਪਾਠ ਦਾ ਅਭਿਆਸ ਹੈ ਉਹਦੇ ਵਿੱਚ ਇਹੀ ਪ੍ਰਸ਼ਨ ਪੁੱਛਿਆ ਗਿਆ ਹੈ ਕਿ ਸ਼ੇਖ ਫਰੀਦ ਜੀ ਦੇ ਸ਼ਲੋਕ ਪੜ੍ਹ ਕੇ ਕਿਹੜੇ-ਕਿਹੜੇ ਸਦਾਚਾਰਕ ਗੁਣ ਗ੍ਰਹਿਣ ਕਰਨ ਦੀ ਸਿੱਖਿਆ ਮਿਲਦੀ ਹੈ। ਤਾਂ ਉਹ ਇਹ ਗੁਣ ਨੇ। ਇਸ ਤੋਂ ਇਲਾਵਾ ਜਿਵੇਂ ਮੈਂ ਤੁਹਾਨੂੰ ਦੱਸਿਆ ਹੈ ਕਿ ਪ੍ਰਸੰਗ ਸਹਿਤ ਵਿਆਖਿਆ ਤੁਹਾਨੂੰ ਪੇਪਰ ਦੇ ਵਿੱਚ ਪੁੱਛੀ ਜਾਊਗੀ ਜਾਂ ਸ਼ਲੋਕ ਦੇ ਕੇ ਉਸ ਦੀ ਵਿਆਖਿਆ ਕਰਨ ਲਈ ਕਿਹਾ ਜਾਊਗਾ, ਜਿਸ ਦੇ ਵਿੱਚ ਅਸੀਂ ਪ੍ਰਸੰਗ ਨਹੀਂ ਦੱਸਣਾ। ਇਸ ਤੋਂ ਇਲਾਵਾ ਛੋਟੇ ਵਸਤੂਨਿਸ਼ਟ ਪ੍ਰਸ਼ਨ ਇਸ ਭਾਗ ਦੇ ਵਿੱਚੋਂ ਪੁੱਛੇ ਜਾ ਸਕਦੇ ਹੈ। ਉਹ ਕਿਸ ਤਰ੍ਹਾਂ ਦੇ ਹੋ ਸਕਦੇ ਹੈ? ਕੁਝ ਪ੍ਰਸ਼ਨਾਂ ਦੀ ਮੈਂ ਤੁਹਾਨੂੰ ਉਦਾਹਰਨ ਦੇ ਦਿੰਨੀ ਹਾਂ। ਉਦਾਹਰਨ ਵਜੋਂ ਸ਼ੇਖ ਫਰੀਦ ਜੀ ਦੇ ਕਿੰਨੇ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜਾਂ ਕਿੰਨੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਤਾਂ ਇਹ ਆਪਾਂ ਸ਼ੁਰੂ ਦੇ ਵਿੱਚ ਕੀਤਾ ਸੀ ਕਿ 112 ਸ਼ਲੋਕ ਤੇ 4 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਤਾਂ ਕੀ ਕਿਸੇ ਹੋਰ ਸੂਫੀ ਕਵੀ ਦੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ? ਤਾਂ ਨਹੀਂ, ਸਿਰਫ ਸ਼ੇਖ ਫਰੀਦ ਜੀ ਦੀ ਰਚਨਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਇਸ ਤੋਂ ਇਲਾਵਾ ਸ਼ੇਖ ਫਰੀਦ ਜੀ ਦਾ ਜਨਮ ਕਿੱਥੇ ਹੋਇਆ? ਤਾਂ ਉਹ ਹੈ ਸ਼ੇਖ ਫਰੀਦ ਜੀ ਦਾ ਜਨਮ ਪਿੰਡ ਖੋਤਵਾਲ, ਜ਼ਿਲ੍ਹਾ ਮੁਲਤਾਨ ਵਿੱਚ ਹੋਇਆ। ਜਾਂ ਸ਼ੇਖ ਫਰੀਦ ਜੀ ਦੇ ਪਿਤਾ ਦਾ ਕੀ ਨਾਂ ਸੀ? ਸ਼ੇਖ ਫਰੀਦ ਜੀ ਦੇ ਪਿਤਾ ਦਾ ਨਾਂ ਸ਼ੇਖ ਜਮਾਲੂਦੀਨ ਸੁਲੇਮਾਨ ਸੀ। ਜਾਂ ਸ਼ੇਖ ਫਰੀਦ ਜੀ ਦੀ ਮਾਤਾ ਦਾ ਕੀ ਨਾਂ ਸੀ? ਉਹਨਾਂ ਦੀ ਮਾਤਾ ਦਾ ਨਾਂ ਮਰੀਅਮ ਸੀ। ਸ਼ੇਖ ਫਰੀਦ ਜੀ ਸੂਫੀਆਂ ਦੇ ਕਿਸ ਫਿਰਕੇ ਨਾਲ ਸੰਬੰਧਿਤ ਸਨ? ਤਾਂ ਸ਼ੇਖ ਫਰੀਦ ਜੀ ਸੂਫੀਆਂ ਦੇ ਚਿਸ਼ਤੀ ਫਿਰਕੇ ਨਾਲ ਸੰਬੰਧਿਤ ਸਨ। ਸ਼ੇਖ ਫਰੀਦ ਜੀ ਦੇ ਮੁਰਸ਼ਦ ਦਾ ਕੀ ਨਾਂ ਸੀ? ਸ਼ੇਖ ਫਰੀਦ ਜੀ ਦੇ ਮੁਰਸ਼ਦ ਦਾ ਨਾਂ ਖਵਾਜਾ ਕੁਤੁਬਦੀਨ ਬਖਤਿਆਰ ਕਾਕੀ ਸੀ। ਤਾਂ ਸ਼ੇਖ ਫਰੀਦ ਜੀ ਨੂੰ ਸ਼ਕਰਗੰਜ ਕਿਉਂ ਕਿਹਾ ਜਾਂਦਾ ਸੀ? ਜਾਂ ਸ਼ੇਖ ਫਰੀਦ ਜੀ ਦੇ ਨਾਂ ਦੇ ਨਾਲ ਸ਼ੇਖ ਫਰੀਦ ਸ਼ਕਰਗੰਜ ਕਿਉਂ ਲਾਇਆ ਜਾਂਦਾ ਸੀ? ਕਿਉਂਕਿ ਉਹਨਾਂ ਦਾ ਸੁਭਾਅ ਬਹੁਤ ਮਿੱਠਾ ਸੀ, ਇਸ ਲਈ ਉਹਨਾਂ ਨੂੰ ਮਿਠਾਸ ਦਾ ਖਜ਼ਾਨਾ ਭਾਵ ਗੰਜੇ ਸ਼ਕਰ ਵੀ ਕਿਹਾ ਜਾਂਦਾ ਸੀ। ਸ਼ੇਖ ਫਰੀਦ ਜੀ ਦੀ ਕਵਿਤਾ ਦੇ ਵਿੱਚ ਪ੍ਰਮੁੱਖ ਕੀ ਸੰਦੇਸ਼ ਦਿੱਤਾ ਗਿਆ? ਤਾਂ ਉਹਨਾਂ ਦੀ ਕਵਿਤਾ ਦੇ ਵਿੱਚ ਮਨੁੱਖ ਨੂੰ ਸਦਾਚਾਰੀ ਜੀਵਨ ਜਿਉਣ ਦਾ ਸੁਨੇਹਾ ਦਿੱਤਾ ਗਿਆ। ਜਾਂ ਉਹਨਾਂ ਦੀ ਰਚਨਾ ਵਿੱਚ ਪ੍ਰਮੁੱਖ ਵਿਸ਼ਾ ਕੀ ਹੈ? ਤਾਂ ਉਹਨਾਂ ਦੀ ਰਚਨਾ ਦਾ ਪ੍ਰਮੁੱਖ ਵਿਸ਼ਾ ਮਨੁੱਖੀ ਪਿਆਰ ਅਤੇ ਹਮਦਰਦੀ ਹੈ। ਤਾਂ ਬੱਚਿਓ, ਸ਼ੇਖ ਫਰੀਦ ਜੀ ਦੇ ਸ਼ਲੋਕ ਜਦੋਂ ਤੁਸੀਂ ਪ੍ਰੀਖਿਆ ਦੇ ਨੁਕਤੇ ਤੋਂ ਆਪਣੀ ਸਾਹਿਤਮਾਲਾ ਪਾਠ ਪੁਸਤਕ ਦੇ ਵਿੱਚੋਂ ਪੜ੍ਹੋਗੇ ਤਾਂ ਉਹਨਾਂ ਦੀ ਵਿਆਖਿਆ ਨੂੰ ਸਮਝਣ ਦਾ ਯਤਨ ਕਰਨਾ ਹੈ। ਬਹੁਤ ਹੀ ਸਰਲ ਭਾਸ਼ਾ ਦੇ ਵਿੱਚ ਇਹ ਲਿਖੇ ਗਏ ਸ਼ਲੋਕ ਹੈ, ਜਿਹੜੇ ਹਰ ਵਿਅਕਤੀ ਨੂੰ ਸਮਝ ਆਉਂਦੇ ਹੈ ਤੇ ਸਾਡੇ ਹਿਰਦੇ ਦੇ ਵਿੱਚ ਅੰਦਰ ਤੱਕ ਸਮਾ ਜਾਂਦੇ ਹੈ।
ਅਸੀਂ ਸ਼ੇਖ ਫਰੀਦ ਜੀ ਦੀ ਕਵਿਤਾ ਦਾ ਇਹ ਸਾਰਾ ਵਿਸ਼ਲੇਸ਼ਣ ਸਿਰਫ ਪ੍ਰੀਖਿਆ ਦੇ ਨੁਕਤੇ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਹੈ। ਇਸ ਦਾ ਕਿਸੇ ਵੀ ਧਾਰਮਿਕ ਵਿਖਿਆਨ ਦੇ ਨਾਲ ਕੋਈ ਸੰਬੰਧ ਨਹੀਂ।